ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋ ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਹ ਡਿਠੇ ਮਨ ਧੀਰੀਐ ਕਿਲ ਵੇਖ ਵਈਨ ਦੂਰੇ। ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਭਰਪੂਰੇ। ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਭਰਪੂਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਯਾ ਵਿਦ ਸੰਗ ਗੁਲੇਲ ਗਏ ਕਰ ਖੇਲਤ ਬਾਲਕ ਬ੍ਰਿੰਦ ਮਿਲੇ। ਕੇਤਕ ਦਿਓਸ ਬਤੀਤ ਪਇਓ ਅਭਿਆਸਤ ਪੇ ਸਭ ਰੀਤ ਪਲੇ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धारकर्ता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया। और इस नवे दिन की जो नवे जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे चरण कमलों की खाक दे नाम करना नसीब होया। सतगुरु जी दे दर तो निवाजे हुए कीर्तनीए जिन्हां दे कंठ ते साहिब जी दी यथा निवाजस है, जिन्हां नूं तखत श्री हरमंदर जी पटना साहिब दे हजूरी कीर्तनीय होण दा दरगाही सन्मान प्राप्त है। उन्हां द्वारा सोदर चौंकी दे कीर्तन आपने सरवण कीते ते फिर बहुत ही सत्कारयोग जिन्हां नूं छोटी उम्र विच गुरु साहिब ने वड्डा माण बख्शिया। श्रीमान ज्ञानी गुरदयाल सिंह जी दे कंठ तो जो साहिब जी दे तखत साहब विखे मीत ग्रंथी दे तौर ते सेवा निभा रहे ने। बड़े प्रेम विच हर कीरत हमरी रहराज साहिब जी दे पाठ सरवण कीते। फिर एडिशनल हैड ग्रंथी श्रीमान सिंह साहिब ज्ञानी बलदेव सिंह जी उन्होंने आरती आरता जी के गायन अरदास नाल आप जी नूं जोड़िया। फिर साहिब जी दे पावन हुक्मनामे आपने झोली च पवाए हैं।
ਕੁਝ ਸਮਾਂ ਹੋਰ ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਸੀਨੀਅਰ ਮੀਤ ਗ੍ਰੰਥੀ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਜੀ ਦੇ ਕੰਠ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਾਲ ਕਥੜੀਆਂ ਅੰਮ੍ਰਿਤਮਈ ਗੁਰੂ ਗਾਥਾਵਾਂ, ਜਿਨ੍ਹਾਂ ਨੂੰ ਬਹੁਤ ਹੀ ਸ਼ਰਧਾਲੂ ਹਿਰਦਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਜੋ ਦਾਸ ਦੇ ਨਾਲ ਸਹਿਯੋਗ ਪ੍ਰਦਾਨ ਕਰ ਰਹੇ ਹਨ ਗਿਆਨੀ ਦਲੀਪ ਸਿੰਘ ਜੀ। ਮਿਲ ਕੇ ਸਰਵਣ ਕਰੀਏ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਪੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਹੈ। ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਸਤਿਗੁਰੂ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਸਾ ਭਾਗ ਭਰਿਆ, ਭਾਗਸ਼ਾਲੀ, ਖੁਸ਼ਕਿਸਮਤ ਸਮਾਂ ਹੋਵੇਗਾ ਜਦ ਅਨੰਤ ਬ੍ਰਹਿਮੰਡਾਂ ਦੇ ਮਾਲਕ ਬਾਲਕ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਧਰਤੀ ਤੇ ਅਨੇਕਾਂ ਚੋਜ਼ ਕਰ ਰਹੇ ਹੋਣਗੇ। ਮਹਾਰਾਜ ਜੀ ਦੇ ਨਾਲ ਦੇ ਸਾਥੀਆਂ ਦੀ ਵੀ ਕਈ ਜਨਮਾਂ ਦੀ ਬੰਦਗੀ ਹੋਵੇਗੀ, ਜਿਨ੍ਹਾਂ ਨੂੰ ਬਾਲ ਸਖਾ ਦੇ ਰੂਪ ਵਿੱਚ ਬਾਲ ਸਖਾਈ ਮਿੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਪ੍ਰਾਪਤ ਹੋਏ। ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਇਸ ਧਰਤੀ ਦਾ ਕਣ ਕਣ ਜ਼ਰਾ ਜ਼ਰਾ ਅਕਸੀਰ ਹੈ। ਮੁਸਤੇ ਖਾਕੇ ਦਰਗਾਹੂ ਕੀਮੀਆਂ ਗਰਮੇ ਕੁਨਦ, ਹਰ ਗਦਾਰਾ ਸੈਨ ਸ਼ਾਹੀ ਹਫਤ ਕਿਸਵਰ में कुनत। ਐਸੇ ਦੀਨ ਦਿਆਲ ਸਤਿਗੁਰੂ ਜੀ ਦੀਆਂ ਅੰਮ੍ਰਿਤ ਜੀਵਨ ਗਾਥਾਵਾਂ ਅਗਰ ਆਪ ਧਿਆਨ ਪੂਰਵਕ ਸਰਵਣ ਕਰੋਗੇ ਤੇ ਗੁਰੂ ਇਤਿਹਾਸ ਵਿਚਾਰ ਚੋਂ ਤੁਹਾਨੂੰ ਗੁਰੂ ਦੀਦਾਰ ਪ੍ਰਾਪਤ ਹੋਵੇਗਾ। ਮੈਨੂੰ ਕਈ ਸੱਜਣਾਂ ਦੇ ਸੰਦੇਸ਼ ਪਹੁੰਚਦੇ ਨੇ ਬਈ ਸ਼ਾਮ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਕਥਾ ਸ਼ੁਰੂ ਹੁੰਦੀ ਹੈ ਤੇ ਟਾਈਮ ਦਾ ਪਤਾ ਨਹੀਂ ਚੱਲਦਾ ਕਦੋਂ ਬੀਤ ਜਾਂਦਾ। ਮੈਂ ਕਹਿੰਦਾ ਹੁੰਨਾ ਬੀਤ ਨਹੀਂ ਜਾਂਦਾ, ਸਫਲ ਹੋ ਜਾਂਦਾ। ਮਹਾਰਾਜ ਜੀ ਦੇ ਵਿਚਾਰ ਸਰਵਣ ਕਰਦਿਆਂ, ਦੀਦਾਰ ਕਰਦਿਆਂ ਜਦ ਇਹ ਖੇਡ ਬਰਸਦੀ ਹੈ ਫਿਰ ਇਸ ਨੂੰ ਅਭਿਆਸੀ ਹਿਰਦੇ ਮਹਿਸੂਸ ਕਰਦੇ ਨੇ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਹਰ ਗੁਣ ਕਹਤੇ ਕਹਿ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਰਸਨਾ ਰਮਤ ਸੁਨਤ ਸੁਖ ਸਰਵਨਾ। ਜੇ ਸਤਿਗੁਰੂ ਦੀਨ ਦਿਆਲ ਸਾਹਿਬ ਜੀ ਦੇ ਗੁਣ ਰਸਨਾ ਨਾਲ ਗਾਈਏ ਤਾਂ ਵੀ ਸੁਖ ਦਾ ਅਨੁਭਵ ਆਉਂਦਾ ਹੈ। ਰਸਨਾ ਰਮਤ ਸੁਨਤ ਸੁਖ ਸਰਵਨਾ। ਤੇ ਜੇ ਸਰਵਣਾ ਨਾਲ ਸੁਣੀਏ ਤਾਂ ਵੀ ਸੁਖ ਦਾ ਅਨੁਭਵ ਹੁੰਦਾ ਹੈ, ਆਨੰਦ ਪ੍ਰਾਪਤੀ ਹੁੰਦੀ ਹੈ।
ਤੇ ਫਿਰ ਜੇ ਮਨ ਵਿੱਚ ਕੋਈ ਚਿਤਵਣੀ ਕਰੇ ਤਾਂ ਉਸ ਨੂੰ ਕੀ ਮਿਲਦਾ ਹੈ? ਮਹਾਰਾਜ ਕਹਿੰਦੇ ਨੇ ਚਿਤ ਚੇਤੇ ਸੁਖ ਹੋਈ। ਜੇ ਚਿਤਵਣੀ ਕਰੀਏ ਤਾਂ ਵੀ ਪਰਮ ਸੁਖ ਪ੍ਰਾਪਤ ਹੁੰਦਾ। ਇਸ ਲਈ ਇਸ ਤਰ੍ਹਾਂ ਦਾ ਦੁਨੀਆ ਤੇ ਵਪਾਰ ਕੋਈ ਨਹੀਂ ਹੈ ਜਿਸ ਦਾ ਜ਼ਿਕਰ ਕਰਦਿਆਂ ਵੀ ਸੁਖ ਪ੍ਰਾਪਤ ਹੋਵੇ, ਜਿਸ ਨੂੰ ਸੁਣਦਿਆਂ ਵੀ ਸੁਖ ਦਾ ਅਨੁਭਵ ਪ੍ਰਾਪਤ ਹੋਵੇ ਤੇ ਜਿਸ ਨੂੰ ਚਿਤਵਦਿਆਂ ਵੀ ਸੁਖ ਦਾ ਅਨੁਭਵ ਪ੍ਰਾਪਤ ਹੋਵੇ। ਉਹ ਮਹਾਰਾਜ ਜੀ ਦੀਆਂ ਗਾਥਾਵਾਂ ਨੇ। ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ, ਅਤੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਇਹ ਜੇ ਆਪ ਧਿਆਨ ਨਾਲ ਸਰਵਣ ਕਰੋਗੇ ਤੇ ਤੁਹਾਨੂੰ ਗੁਰੂ ਸਾਹਿਬ ਜੀ ਦਾ ਦੀਦਾਰ ਪ੍ਰਾਪਤ ਹੋਵੇਗਾ। ਮਹਾਰਾਜ ਜੀ ਦੀ ਮਿਹਰ ਤੁਹਾਡੀ ਝੋਲੀ 'ਚ ਪੈ ਜਾਏਗੀ। ਤੇ ਮਿਹਰ ਝੋਲੀ 'ਚ ਪੈਣ ਦਾ ਮਤਲਬ ਹੈ ਸਾਰੇ ਦੁੱਖ ਦੂਰ ਹੋ ਜਾਣੇ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਬੜੇ ਮਹਾਂ ਰਸਦਾਇਕ ਜ਼ਿਕਰ ਹਨ ਜੋ ਭਾਈ ਸਾਹਿਬ ਜੀ ਨੇ ਕੀਤੇ ਨੇ। ਕੱਲ ਤੱਕ ਆਪ ਨੇ ਸਰਵਣ ਕੀਤਾ ਬੜੇ ਧਿਆਨ ਨਾਲ ਤੇ ਸਨਮਾਨ ਨਾਲ। ਦਰਅਸਲ ਮਨੁੱਖੀ ਹਿਰਦੇ ਦੀ ਇੱਕ ਤੈਅ ਹੈਗੀ, ਇੱਕ ਲੈਬਲ ਹੈ ਕਿ ਜਿਸ ਦਾ ਮਨ ਵਿੱਚ ਸਨਮਾਨ ਨਾ ਹੋਵੇ ਉਹਦੇ ਤੇ ਮਨੁੱਖ ਦਾ ਮਨ ਧਿਆਨ ਨਹੀਂ ਦਿੰਦਾ। ਅਸੀਂ ਉਸੇ ਦੀ ਗੱਲ ਧਿਆਨ ਨਾਲ ਸੁਣਦੇ ਹਾਂ ਜਿਸ ਦਾ ਸਾਡੇ ਮਨ ਵਿੱਚ ਸਨਮਾਨ ਆਉਂਦਾ ਹੈ। ਤੁਸੀਂ ਕਾਲਜ ਵਿੱਚ ਪੜ੍ਹਦੇ ਹੋ, ਦੇਖਿਆ ਹੋਵੇਗਾ, ਸਕੂਲ ਵਿੱਚ ਦੇਖਿਆ ਹੋਵੇਗਾ, ਜਿਹੜਾ ਵਿਦਿਆਰਥੀ ਉਸਤਾਦ ਟੀਚਰ ਦਾ ਸਨਮਾਨ ਕਰਦਾ ਹੈ ਨਾ, ਉਹ ਉਹਦੇ ਵੱਲ ਧਿਆਨ ਕਰਦਾ ਹੈ ਵੀ ਇਹ ਕੀ ਕਹਿ ਰਿਹਾ। ਤੇ ਜਿਹੜਾ ਸਨਮਾਨ ਨਹੀਂ ਕਰਦਾ ਉਹ ਧਿਆਨ ਨਾਲ ਸੁਣਦਾ ਨਹੀਂ। ਉਸਨੇ ਬਲੈਕ ਬੋਰਡ ਤੇ ਕੀ ਲਿਖਿਆ ਹੈ, ਕੀ ਸਮਝਾ ਰਿਹਾ, ਧਿਆਨ ਨਹੀਂ, ਇਹਦਾ ਮਤਲਬ ਸਨਮਾਨ ਨਹੀਂ। ਤੇ ਫਿਰ ਸਨਮਾਨ ਨਹੀਂ, ਧਿਆਨ ਨਹੀਂ, ਤੇ ਫਲ ਕੀ ਹੋਵੇਗਾ? ਇਮਤਿਹਾਨ ਵਿੱਚ ਫੇਲ ਹੋ ਜਾਏਗਾ। ਜਿਨ੍ਹਾਂ ਨੇ ਉਸਤਾਦ ਦੇ ਬੋਲਾਂ ਨੂੰ ਜ਼ੀਰੋ ਜਾਣਿਆ ਨਾ, ਧਿਆਨ ਨਹੀਂ ਦਿੱਤਾ, ਸਨਮਾਨ ਨਹੀਂ ਦਿੱਤਾ, ਫਿਰ ਉਹਨਾਂ ਦੀ ਮਾਰਕ ਸ਼ੀਟ ਵਿੱਚ ਜ਼ੀਰੋ ਹੀ ਆਉਣਾ। ਤੇ ਜਿਨ੍ਹਾਂ ਨੇ ਉਸਤਾਦ ਵੱਲ ਧਿਆਨ ਦਿੱਤਾ, ਸਨਮਾਨ ਦਿੱਤਾ, ਤੇ ਉਹਨਾਂ ਦੇ ਜੀਵਨ ਵਿੱਚ ਸਨਮਾਨਯੋਗ ਮਾਰਕ ਸ਼ੀਟ ਆ ਜਾਏਗੀ। ਸਨਮਾਨ ਧਿਆਨ ਦਾ ਲਖਾਇਕ ਹੈ। ਇਸ ਲਈ ਸਤਿਗੁਰੂ ਜੀ ਦੇ ਕੋਲੋਂ ਮੰਗਣਾ ਚਾਹੀਦਾ ਹੈ, ਸਾਹਿਬ ਤੇਰਾ ਯਸ ਸਰਵਣ ਕਰਦਿਆਂ, ਤੇਰਾ ਜ਼ਿਕਰ ਸਰਵਣ ਕਰਦਿਆਂ ਮੇਰੇ ਹਿਰਦੇ ਨੂੰ ਤੇਰਾ ਸਨਮਾਨ ਪ੍ਰਾਪਤ ਹੋਵੇ ਤੇ ਤੇਰੇ ਬੋਲਾਂ ਪ੍ਰਤੀ ਧਿਆਨ ਪ੍ਰਾਪਤ ਹੋਵੇ। ਕੱਲ ਤੱਕ ਆਪਨੇ ਸਨਮਾਨ ਸਹਿਤ, ਧਿਆਨ ਸਹਿਤ ਸਰਵਣ ਕੀਤਾ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਲ ਸਖਾਈ ਮਿੱਤਰ ਗੁਲੇਲਾਂ ਲਿਆਉਂਦੇ ਤੇ ਮਹਾਰਾਜ ਨਿਸ਼ਾਨਾ ਬਣਾ ਦਿੰਦੇ ਨੇ, ਦੀਵਾਰ ਤੇ ਇੱਕ ਗੋਲ ਲਕੀਰ ਪਾ ਦਿੰਦੇ ਨੇ, ਖਾੜੀ ਨਾਲ, ਚੌਕ ਨਾਲ ਜਾਂ ਕਿਸੇ ਚੀਜ਼ ਨਾਲ, ਤੇ ਵਿਚਕਾਰ ਇੱਕ ਬਿੰਦੂ ਬਣਾ ਦਿੰਦੇ ਨੇ। ਜਿਹਦਾ ਨਿਸ਼ਾਨਾ ਬਿੰਦੂ ਦੇ ਨੇੜੇ ਲੱਗਦਾ ਉਸ ਤੇ ਬੜੇ ਖੁਸ਼ ਹੁੰਦੇ ਨੇ, ਹੱਸਦੇ ਨੇ, ਗਲ ਨਾਲ ਲਾਉਂਦੇ ਨੇ, ਵਾਹ ਵਾਹ ਕਹਿੰਦੇ ਨੇ। ਤੇ ਜਿਸ ਦਾ ਨਿਸ਼ਾਨਾ ਦੂਰ ਲੱਗਦਾ ਜਾਂ ਗੋਲ ਧਾਰੇ ਤੋਂ ਬਾਹਰ ਲੱਗਦਾ, ਨਾਰਾਜ਼ ਉਸ ਨਾਲ ਵੀ ਨਹੀਂ ਹੁੰਦੇ, ਉਸ ਦਾ ਹੱਥ ਪਕੜ ਲੈਂਦੇ ਨੇ ਤੇ ਆਪ ਸਿਖਾਉਂਦੇ ਨੇ, ਕਹਿੰਦੇ ਨੇ ਇਸ ਤਰ੍ਹਾਂ ਨਿਸ਼ਾਨਾ ਲਾ, ਟਾਰਗੇਟ ਤੇ ਲੱਗ ਜਾਏਗਾ। ਨਾਰਾਜ਼ ਨਹੀਂ ਹੁੰਦੇ। ਇਹਦਾ ਮਤਲਬ ਹੈ ਸਤਿਗੁਰੂ ਪਾਤਸ਼ਾਹ ਸਾਨੂੰ ਸਿਖਾਉਣ ਵਾਸਤੇ ਆਏ ਨੇ।
ਮਹਾਰਾਜ ਜੀ ਦੇ ਸਾਰੇ ਬੋਲ ਸਾਡੇ ਵਾਸਤੇ ਜੀਵਨ ਸਿੱਖਿਆ ਹੈ। ਇਤਿਹਾਸ ਵਿਚਾਰ, ਜੀਵਨ ਗਾਥਾਵਾਂ ਜੀਵਨ ਸਿੱਖਿਆ ਹੈ। ਪ੍ਰੇਮ ਸਹਿਤ ਸਰਵਣ ਕਰੀਏ ਅਗਲੇ ਵਿਚਾਰਾਂ ਨੂੰ ਪੇਸ਼ਤਰ। ਇੱਕ ਦਫਾ ਸਾਰੇ ਮਹਾਰਾਜ ਜੀ ਦਾ ਸਨਮਾਨ ਕਰਦਿਆਂ ਹੋਇਆ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ या विद संग गुलाल गए कर खेलत बालक बृंद मिले। ਇਸ ਤਰ੍ਹਾਂ ਗੁਲੇਲਾਂ ਮਹਾਰਾਜ ਜੀ ਹੱਥਾਂ ਵਿੱਚ ਪਕੜ ਕੇ ਤੇ ਬੱਚਿਆਂ ਨਾਲ ਮਿਲ ਕੇ ਕਿਸੇ ਨੂੰ ਦਸਤ ਪੰਜਾ ਕਰਦੇ ਨੇ, ਕਿਸੇ ਨੂੰ ਗਲਵਕੜੀ ਨਾਲ ਲਾ ਲੈਂਦੇ ਨੇ ਤੇ ਬੜੇ ਪਿਆਰ ਨਾਲ ਬੱਚਿਆਂ ਨੂੰ ਸਿਖਾਉਂਦੇ ਨੇ ਨਿਸ਼ਾਨਾ ਇਸ ਤਰ੍ਹਾਂ ਲਾਉਣਾ। ਇਹ ਬਾਹਰ ਦਾ ਨਿਸ਼ਾਨਾ ਇੱਕ ਅੰਦਰ ਦੇ ਨਿਸ਼ਾਨੇ ਵੱਲ ਇਸ਼ਾਰਾ ਵੀ ਕਰਦਾ ਹੈ। ਬਾਹਰ ਦਾ ਨਿਸ਼ਾਨਾ ਦੁਸ਼ਮਣ ਤੇ ਲਾਉਣਾ ਹੈ, ਪਰ ਅੰਦਰ ਨਿਸ਼ਾਨਾ ਆਪਣੇ ਮਨ ਤੇ ਲਾਉਣਾ ਹੈ। ਦੂਸ਼ਿਤ ਹੋਏ ਮਨ ਤੇ ਲਾਉਣਾ ਹੈ। ਦੁਸ਼ਮਨ, ਦੂਸ਼ਿਤ ਮਨ। ਜਿਹੜੇ ਨਿਸ਼ਾਨਚੀ ਨੇ ਨਾ, ਨਿਸ਼ਾਨੇਬਾਜ਼ ਜਿਹੜੇ ਲੋਕ ਨੇ, ਨਿਸ਼ਾਨਿਆਂ ਵਿੱਚ ਬੜੇ ਮੈਡਲ ਉਹਨਾਂ ਨੇ ਪ੍ਰਾਪਤ ਕੀਤੇ ਨੇ। ਏਸ਼ੀਆਈ ਗੇਮਾਂ ਹੋਈਆਂ, ਨਿਸ਼ਾਨਚੀਆਂ ਨੂੰ ਮੈਡਲ ਮਿਲੇ। ਇਸ ਆਤਮ ਜੀਵਨ ਵਿੱਚ ਵੀ ਜਿਹੜਾ ਆਪਣੇ ਮਨ ਦਾ ਸ਼ਿਕਾਰ ਕਰ ਲੈਂਦਾ ਹੈ ਨਾ, ਉਸ ਨੂੰ ਵੀ ਗੁਰੂ ਨਾਨਕ ਦੇ ਦਰ ਤੋਂ ਸਨਮਾਨ ਪ੍ਰਾਪਤ ਹੁੰਦਾ ਹੈ। ਉਸ ਤਮਗੇ ਦਾ ਨਾਮ ਹੈ ਬ੍ਰਹਮ ਗਿਆਨ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਿਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ, ਕਰਮ ਮਿਲੇ ਤਾਂ ਪਾਈਐ ਨਾਹੀ ਗੱਲੀ ਵਾਉ ਦੁਆਉ। ਤਿਤੈ ਭਗਤ ਵਸਹਿ ਕੇ ਲੋਹ, ਕਰਹਿ ਆਨੰਦ ਸੱਚਾ ਮਨ ਸੋਏ। ਨਿਵਾਸ ਮਿਲਦਾ ਤੇ ਇਹ ਨਿਵਾਸ ਵੱਡਾ ਸਨਮਾਨ ਹੈਗਾ। ਮਹਾਰਾਜ ਜੀ ਦੇ ਬਚਨ ਨੇ ਹਰ ਦਰਗਾਹ ਪਹਿਨਾਈਆਂ, ਹਰ ਆਪ ਗਲ ਲਾਈਆਂ। ਲੋਕ ਸੁਖੀਏ ਪਰਲੋਕ ਸੁਹੇਲੇ ਹੋਣ ਦੇ ਤਮਗੇ ਉਹਨਾਂ ਨੂੰ ਮਿਲਦੇ। ਜਿਹੜੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ। ਬਾਹਰ ਦਾ ਨਿਸ਼ਾਨਾ ਗੁਲੇਲ ਦਾ ਮਹਾਰਾਜ ਸਿਖਾ ਰਹੇ ਨੇ ਤੇ ਅੰਦਰ ਮਨ ਤੇ ਨਿਸ਼ਾਨਾ ਗੁਰੂ ਮੰਤਰ ਦੁਆਰਾ ਲੱਗਦਾ ਹੈ। ਤੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਇਹ ਨਿਸ਼ਾਨਾ ਹੈ। ਇਹ ਅੰਦਰ ਟਾਰਗੇਟ ਸਰ ਹੋ ਜਾਂਦਾ ਹੈ। ਇਸ ਚੈਲੰਜ ਨੂੰ ਅਸੀਂ ਅਬੂਰ ਕਰ ਸਕਦੇ ਹਾਂ ਇਸ ਢੰਗ ਦੇ ਨਾਲ। ਮਹਾਰਾਜ ਜੀ ਦੇ ਬਚਨ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਕੋਈ ਕਰਕੇ ਦੇਖੇ ਇਸ ਚੀਜ਼ ਨੂੰ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਵਾਹਿਗੁਰੂ 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 ਆਪਣੀ ਜ਼ੁਬਾਨ ਨਾਲ ਜਪੇ ਤੇ ਧਿਆਨ ਨਾਲ ਸੁਣੇ ਤੇ ਮਨ ਤੇ ਨਿਸ਼ਾਨਾ ਇੱਕ ਦਿਨ ਲੱਗ ਜਾਏਗਾ। ਮਨ ਜਿਤਨਾ ਹੀ ਸਭ ਤੋਂ ਵੱਡੀ ਫਤਿਹ ਹੈ। ਜਿਵੇਂ ਮਹਾਰਿਸ਼ੀ ਭਰਤਰੀ ਜੀ ਨੇ ਕਿਹਾ, ਮਨ ਰਿਪ ਜੀਤਾ ਸਭ ਰਿਪ ਜੀਤੇ। ਜੇ ਮਨ ਦੁਸ਼ਮਣ ਨੂੰ ਸਰ ਕਰ ਲਿਆ, ਜਿੱਤ ਲਿਆ, ਤੇ ਸਾਰੇ ਹੀ ਦੁਸ਼ਮਣ ਜਿੱਤੇ ਗਏ। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ। ਮਨ ਦੋ ਵਾਰੀ ਉਹਨਾਂ ਇੱਕੋ ਹੀ ਪੰਕਤੀ ਲਿਖੀ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਜੇ ਤੇਰਾ ਮਨ ਦੁਸ਼ਮਣ ਜੀ ਰਿਹਾ ਹੈ ਨਾ, ਜਿਉਂਦਾ ਪਿਆ ਜੇ, ਮਰਿਆ ਨਹੀਂ, ਤੇ ਫਿਰ ਪੁਰਖਾ ਤੇਰੇ ਸਾਰੇ ਹੀ ਦੁਸ਼ਮਣ ਅਜੇ ਜਿਉਂਦੇ ਪਏ ਨੇ, ਮਰਨੇ ਨਹੀਂ, ਮੁੱਕਣੇ ਨਹੀਂ।
ਇਸ ਲਈ ਮਨ ਰਿਪ ਨੂੰ ਜਿੱਤ ਲੈ, ਸਾਰੇ ਦੁਸ਼ਮਣ ਆਪੇ ਹੀ ਜਿੱਤੇ ਜਾਣਗੇ। ਮਹਾਰਾਜ ਜੀ ਨੇ ਬੜਾ ਗਹਿਰਾ ਬਚਨ ਸਾਡੀ ਝੋਲੀ 'ਚ ਪਾਇਆ, ਮਨ ਜੀਤੇ ਜਗ ਜੀ। ਉਹ ਬਾਹਰ ਦਾ ਨਿਸ਼ਾਨਾ ਦੀਵਾਰ ਤੇ ਲਾਉਣਾ ਸਿਖਾ ਰਹੇ ਨੇ, ਤੇ ਨਾਮ ਦਾ ਨਿਸ਼ਾਨਾ ਸਾਡੇ ਅਹੰਕਾਰ ਤੇ ਲਾਉਣਾ ਸਿਖਾ ਰਹੇ ਨੇ। ਗੁਰੂ ਸਾਨੂੰ ਕੀ ਕੀ ਸਿਖਾ ਦਿੰਦਾ ਹੈ, ਤਾਂ ਹੀ ਤੇ ਅਸੀਂ ਮਹਾਰਾਜ ਦੇ ਸਿੱਖ ਅਖਵਾਉਂਦੇ ਹਾਂ, ਸਿੱਖ ਬਣਦੇ ਹਾਂ, ਸਿੱਖ ਹੋ ਸਕਦੇ ਹਾਂ। ਤੇ ਜੇ ਗੁਰੂ ਸਿਖਾਉਂਦਾ ਰਹੇ ਤੇ ਅਸੀਂ ਸਿੱਖੀਏ ਹੀ ਨਾ, ਤੇ ਸਗੋਂ ਅੱਗੋਂ ਟੁਚਰਾਂ ਕਰੀਏ, ਤਾਂ ਫਿਰ ਅਸੀਂ ਕਾਹਦੇ ਸਿੱਖ ਹੋਏ। ਅੱਗੋਂ ਆਪਣੀਆਂ ਦਲੀਲਾਂ ਦੇਈਏ, ਜੀ ਇਹ ਵੀ ਹੋ ਸਕਦਾ ਜੀ, ਇਹਦੇ ਨਾਲ ਕੀ ਫਰਕ ਪੈਂਦਾ। ਤੋ ਬਸ ਫਰਕ ਇਹੀ ਪੈਂਦਾ ਕਿ ਤੂੰ ਸਤਿਗੁਰੂ ਜੀ ਦੇ ਸਿਧਾਂਤ ਦੇ ਅੱਗੇ ਬੋਲਦਾ ਹੈ, ਇਹੀ ਫਰਕ ਪੈਂਦਾ। ਇਸ ਨਾਲ ਹੀ ਸਾਰਾ ਫਰਕ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਯਾ ਬਿਦ ਸੰਗ ਗੁਲੇਲ ਕੋ ਲਛ ਤਾਕ ਕੇ बीच ਚਲਾਵਤ ਹੈ। ਯਾ ਬਿਦ ਕਿੰਨਾ ਸੋਹਣਾ ਲਿਖਿਆ ਭਾਈ ਸਾਹਿਬ ਜੀ ਨੇ। ਸੰਗ ਗੁਲੇਲ ਗਹੇ ਕਰ ਖੇਲਤ ਬਾਲਕ ਬ੍ਰਿੰਦ ਮਿਲੇ। ਬੜੇ ਬਾਲਕ ਮਹਾਰਾਜ ਜੀ ਨਾਲ ਮਿਲ ਕੇ ਆ ਕੇ ਇੱਥੇ ਖੇਲਦੇ ਹਨ। ਤਨ ਜਨਨੀ ਜਿਨ ਜਾਇਆ ਮਾਤ ਗੁਜਰੀ ਸਾਹਿਬਾ, ਸ੍ਰੀ ਮਾਤ ਨਾਨਕੀ ਸਾਹਿਬਾ ਬੜੇ ਸਦਕੇ ਜਾਂਦੇ ਨੇ ਦੇਖ ਦੇਖ ਕੇ। ਤੇ ਮਾਮਾ ਕਿਰਪਾਲ ਚੰਦ ਜੀ ਵੀ ਕਹਿੰਦੇ ਨੇ ਬਈ ਲਾਲ ਜੀ ਮੈਨੂੰ ਵੀ ਨਿਸ਼ਾਨਾ ਲਾਉਣਾ ਸਿਖਾ ਦਿਓ, ਮੈਨੂੰ ਵੀ ਗੁਲੇਲ ਪਕੜਨੀ ਸਿਖਾ ਦਿਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮਾਤੁਲ ਮਾਮਾ ਜੀ ਸਮਾਂ ਆਵੇਗਾ ਤੁਸੀਂ ਵੀ ਨਿਸ਼ਾਨੇ ਲਗਾਓਗੇ। ਪਹਿਲਾ ਜੰਗ ਭਗਾਣੀ ਦਾ ਸ੍ਰੀ ਪਾਉਂਟਾ ਸਾਹਿਬ ਦੇ ਨੇੜੇ, ਦੇਸ ਚਾਲ ਹਮ ਤੇ ਜਬ ਭਈ ਸ਼ਹਿਰ ਪਾਉਂਟਾ ਕੀ ਸੁਧ ਲਈ। ਬਹੁਤ ਪਿਆਰ ਵਾਲੇ ਉੱਥੇ ਗੁਰਸਿੱਖ ਵਸਦੇ ਨੇ ਪਾਉਂਟਾ ਸਾਹਿਬ। ਉੱਥੋਂ ਦੇ ਪ੍ਰਬੰਧਕ ਸੱਜਣ, ਉੱਥੋਂ ਦੀਆਂ ਸੰਗਤਾਂ, ਉੱਥੋਂ ਦੇ ਕੀਰਤਨੀਏ ਭਾਈ ਸਾਹਿਬ ਭਾਈ ਦਲੀਪ ਸਿੰਘ ਜੀ ਬਿਜਲੀ ਕਰਕੇ ਇੰਫਾਲ ਰਹਿੰਦੇ ਸਨ, ਪਾਉਂਟਾ ਸਾਹਿਬ ਕੀਰਤਨ ਕਰਦੇ ਨੇ। ਉਹਨਾਂ ਦੇ ਬੱਚੇ ਭਾਈ ਕੁਲਵੰਤ ਸਿੰਘ ਜੀ ਤਾਰਾ ਬਹੁਤ ਸੋਹਣਾ ਕੀਰਤਨ ਕਰਦੇ। ਭਾਈ ਜਸਬੀਰ ਸਿੰਘ ਜੀ ਉੱਥੇ ਹਾਜ਼ਰੀਆਂ ਭਰਦੇ ਰਹੇ ਪਾਉਂਟਾ ਸਾਹਿਬ ਵਾਲੇ। ਬੜਾ ਰਮਣੀਕ ਤੇ ਜ਼ਾਹਰ ਕਲਾ ਸਥਾਨ ਹੈ ਮਹਾਰਾਜ ਦਾ। ਜਿਨ੍ਹਾਂ ਕਲਮਾਂ ਦੇ ਨਾਲ ਮਹਾਰਾਜ ਜੀ ਨੇ ਬਾਣੀ ਲਿਖੀ ਹੈ ਨਾ, ਉਹ ਕਲਮਾਂ ਵੀ ਉੱਥੇ ਮੌਜੂਦ ਨੇ, ਦਰਸ਼ਨ ਕਰ ਸਕਦੇ ਹੋ। ਮਹਾਰਾਜ ਨੇ ਬਚਨ ਕੀਤਾ ਮਾਤੁਲ ਮਾਮਾ ਜੀ ਸਮਾਂ ਆਵੇਗਾ ਤੁਹਾਡੇ ਨਿਸ਼ਾਨੇ ਅਚੂਕ ਹੋਣਗੇ। ਉਹਨਾਂ ਨੇ ਭਗਾਣੀ ਦੇ ਯੁੱਧ ਵਿੱਚ ਮਾਮਾ ਕਿਰਪਾਲ ਚੰਦ ਜੀ ਨੇ ਵੱਡੀ ਵੀਰਤਾ ਦਿਖਾਈ ਤੇ 100 ਤੋਂ ਵੱਧ ਤੀਰ ਉਹਨਾਂ ਦੇ ਜਿਸਮ ਤੇ ਲੱਗੇ ਵੀ। ਐਸੀ ਸਮਰਪਿਤ ਇਤਿਹਾਸ ਦਾ ਪਾਤਰ ਇਹ ਸ਼ਖਸੀਅਤ ਹਨ ਮਾਮਾ ਕਿਰਪਾਲ ਚੰਦ ਜੀ। ਅੱਗੇ ਹੋ ਜਾਂਦੇ ਨੇ ਲਾਲ ਜੀ ਮੈਨੂੰ ਵੀ ਸਿਖਾ ਦਿਓ ਗੁਲੇਲ ਕਿਵੇਂ ਚਲਾਈ ਦੀ ਹੈ। ਤੇ ਮਹਾਰਾਜ ਕਹਿੰਦੇ ਨੇ ਸਮਾਂ ਆਵੇਗਾ ਤੁਸੀਂ ਅਸਲੀ ਚਲਾ ਲੈਣਾ। ਇੱਕ ਵਾਰੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਨੂੰ ਸਿਖਾਉਂਦੇ ਪਏ ਨੇ ਮਹਾਰਾਜ, ਸਿੱਖੀ ਦੀ ਦਾਤ ਦਿੰਦੇ ਪਏ ਨੇ। ਔਰ ਇਸ ਤਰ੍ਹਾਂ ਮਾਹੌਲ ਬਣਿਆ ਹੋਇਆ ਹੈ। ਬਾਲਕ ਰੂਪ ਅਨੰਤ ਬ੍ਰਹਮੰਡਾਂ ਦੇ ਮਾਲਕ ਬਹੁਤ ਸਾਰੇ ਬੱਚਿਆਂ ਨਾਲ ਮਿਲੇ ਹੋਏ ਖੇਲ ਰਹੇ ਹਨ। ਕੇਤਿਕ ਦਿਵਸ ਬਤੀਤ ਪਇਓ। ਇਸ ਤਰ੍ਹਾਂ ਕੋਈ ਦਿਨ ਇਸ ਤਰ੍ਹਾਂ ਲੰਘ ਗਏ, ਕੁਝ ਸਮਾਂ ਲੰਘ ਗਿਆ। ਅਭਿਆਸਤ ਪੇ ਸਤ ਰੀਤ ਭਲੇ। ਇਸ ਤਰ੍ਹਾਂ ਸਭ ਰੀਤ ਨਾਲ ਭਲੀ ਤਰ੍ਹਾਂ ਚੰਗੀ ਤਰ੍ਹਾਂ ਅਭਿਆਸ ਹੋ ਗਿਆ। ਹੁਣ ਤਾਂ ਐਸਾ ਅਭਿਆਸ ਬਣ ਗਿਆ ਬਾਲਕਾਂ ਦਾ ਗੁਰੂ ਪਾਤਸ਼ਾਹ ਕੋਲੋਂ ਸਿੱਖ ਕੇ ਕਿ ਜੇ ਕੋਈ ਬੀਬੀ 4 ਘੜੇ ਸਿਰ ਤੇ ਰੱਖ ਕੇ ਲੈ ਜਾ ਰਹੀ ਹੈ ਨਾ, ਤੇ ਐਸਾ ਨਿਸ਼ਾਨਾ ਚਲਾਉਂਦੇ ਨੇ ਜੇ ਤੀਸਰੇ ਤੇ ਮਾਰਿਆ
ਤੇ ਉੱਪਰਲਾ ਨਹੀਂ ਡਿੱਗਦਾ, ਥੱਲਾ ਉਹੀ ਡਿੱਗਦਾ ਜਿਸ ਤੇ ਮਾਰਦੇ। ਐਸਾ ਸੋਹਣਾ ਨਿਸ਼ਾਨਾ ਬਣ ਗਿਆ। ਮਹਾਰਾਜ ਜੀ ਦੀ ਮਿਹਰ ਵਰਤ ਗਈ ਉਹਨਾਂ ਬਾਲਕਾਂ ਤੇ। ਹਾਂਜੀ, ਪੀਤ ਮੈਂ ਲਛ ਤਰੈ ਹੋਏ ਦੂਰ, ਚਲਾਵਤ ਐ ਚਤ ਹੋਏ ਖਲੇ। ਇਸ ਤਰ੍ਹਾਂ ਦੇ ਨਾਲ ਫਿਰ ਦੀਵਾਰ ਤੇ ਵੀ ਨਿਸ਼ਾਨਾ ਬਣਾ ਕੇ ਭੀਤ ਮੈਂ ਲਛ ਧਰੈ ਹੋਏ ਦੂਰ, ਚਲਾਵਤ ਐਂਚਤ ਹੋਏ ਖਲੇ। ਦੂਰ ਖਲੋ ਕੇ ਫਿਰ ਬਈ ਕਿਹਦਾ ਗੁਲੇਲਾ ਦੀਵਾਰ ਤੱਕ ਪਹੁੰਚਦਾ ਹੈ, ਲਕਸ਼ ਤੱਕ ਪਹੁੰਚਦਾ ਹੈ, ਲਕਸ਼ ਭੇਦਨ ਕਰਦਾ ਹੈ, ਦੂਰੋਂ ਚਲਾ ਰਹੇ ਹਨ। ਹਾਥ ਟਿਕਾਏ ਲਗਾਏ ਕਤਾ ਮੈਂ, ਹੇਰਤ ਪ੍ਰੇਰਤ ਗੇਰ ਚਲੇ। ਇਸ ਤਰ੍ਹਾਂ ਦੇ ਨਾਲ ਹੱਥ ਨੂੰ ਟਿਕਾ ਕੇ ਸਵਾਸ ਨੂੰ ਰੋਕ ਕੇ ਤੇ ਫਿਰ ਟਿਕਾ ਕੇ ਨਿਸ਼ਾਨਾ ਲਗਾਉਂਦੇ ਨੇ ਤੇ ਸਾਹਮਣੇ ਜੋ ਚੀਜ਼ ਰੱਖੀ ਹੁੰਦੀ ਉਹ ਗਿਰ ਜਾਂਦੀ ਹੈ। ਦੋਹਰਾ ਇਮ ਖੇਲਤ ਸਤਿਗੁਰ ਪ੍ਰਭੂ, ਬਾਲਕ ਵੈਸ ਸੁਜਾਨ। ਇਸ ਤਰ੍ਹਾਂ ਬਾਲਕ ਉਮਰ ਵਿੱਚ ਸੁਜਾਨ ਪੁਰਖਾਂ ਦੀ ਤਰ੍ਹਾਂ ਸੁਜਾਨ ਸੂਰਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੇਲ ਖੇਲ ਵਿੱਚ ਪ੍ਰਭੂ ਮੇਲ ਕਰਵਾ ਰਹੇ ਹਨ। ਦਿਨ ਪ੍ਰਤ ਵਧੈ ਸਰੀਰ ਬਲ, ਕਿਧੋਂ ਦੁਸ਼ਟ ਗਨ ਹਾਨ। ਦਿਨ ਪ੍ਰਤੀ ਦਿਨ ਆਪ ਜੀ ਦੀ ਕਾਇਆ ਵੱਧ ਰਹੀ ਹੈ, ਬਲ ਵੱਧ ਰਿਹਾ ਹੈ, ਸਰੀਰ ਵਿੱਚ ਸਮਰੱਥਾ ਵੱਧ ਰਹੀ ਹੈ। ਮਨੋਂ ਦੁਸ਼ਟਾਂ ਨੂੰ ਹਾਨ ਕਰਨ ਵਾਸਤੇ, ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਆਪ ਦਾ ਸਰੀਰ ਤਕੜਾ ਹੋ ਰਿਹਾ ਹੈ। ਚੌਪਈ ਵੱਡੀ ਮਾਤ ਜਬ ਪਿਖੈ ਸੁਭਾਉ, ਤੇ ਵੱਡੇ ਮਾਤਾ ਜੀ ਧੰਨ ਧੰਨ ਮਾਤ ਨਾਨਕੀ ਸਾਹਿਬਾ ਜਦ ਬਾਲ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਗੁਲੇਲੇ ਸਿਖਾਣਾ, ਗੁਲੇਲ ਸਿਖਾਣਾ, ਨਾਲ ਖੇਲਣਾ, ਨਿਸ਼ਾਨੇ ਦ੍ਰਿੜ ਕਰਾਉਣ ਦਾ ਸੁਭਾਅ ਦੇਖਦੇ ਨੇ ਤੇ ਫਿਰ ਇਸ ਤਰ੍ਹਾਂ ਸੋਚਦੇ ਹਨ, ਖੇਲਤ ਕਰੈ ਜੰਗ ਕੋ ਰਾਮਾ। ਇਸ ਤਰ੍ਹਾਂ ਦੇ ਨਾਲ ਖੇਲਤ ਕਰੇ ਜੰਗ ਕੋ ਚਾਓ, ਬੜੇ ਚਾਅ ਨਾਲ ਜਿਵੇਂ ਜੰਗ ਕਰੀਦਾ ਹੈ ਇਸ ਤਰ੍ਹਾਂ ਨਿਸ਼ਾਨਿਆਂ ਦੀ ਪਰਖ ਹੁੰਦੀ ਹੈ। ਜਿਹਦਾ ਨਿਸ਼ਾਨਾ ਸਹੀ ਲੱਗਦਾ ਉਹਨੂੰ ਗਲ ਨਾਲ ਲਾ ਲੈਂਦੇ ਨੇ, ਜਿਹੜਾ ਦੂਰ ਦਰਾਡਾ ਲੱਗਦਾ ਉਹਨੂੰ ਫਿਰ ਹੱਥ ਪਕੜ ਕੇ ਸਿਖਾਉਣ ਲੱਗ ਪੈਂਦੇ ਨੇ। ਇਸ ਤਰ੍ਹਾਂ ਲੱਗਦਾ ਨਹੀਂ ਲੱਗਦਾ ਵੀ ਬਾਲਕ ਖੇਲ ਰਹੇ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਮਹਾ ਸੂਰਬੀਰ ਯੋਧਿਆਂ ਨੂੰ ਸ਼ਸਤਰ ਵਿਦਿਆ ਸਿਖਾ ਰਿਹਾ ਹੋਵੇ। ਹਿਰਦੈ ਵਿਚਾਰੈ ਜਥਾ ਪਿਤਾ ਮਾ। ਔਰ ਇਸ ਤਰ੍ਹਾਂ ਦੇ ਨਾਲ ਮਾਤਾ ਜੀ ਦੇਖ ਕੇ ਸੋਚਦੇ ਨੇ ਜਿਵੇਂ ਇਹਨਾਂ ਦੇ ਪਿਤਾਮਾ ਹਨ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ, ਜਿਵੇਂ ਉਹਨਾਂ ਨੇ ਯੁੱਧ ਕੀਤੇ ਹਨ। ਕਰਤ ਕਿਰਿਆ ਕੌਤਿਮ ਅਭਿਰਾਮਾ। ਉਹਨਾਂ ਵਰਗੇ ਕੌਤਕ, ਉਹਨਾਂ ਵਰਗੀ ਮਹਾਨ ਸੋਹਣੀ ਕਿਰਿਆ, ਸੋਹਣਾ ਯੁੱਧ ਅਭਿਆਸ ਆਪ ਕਰ ਰਹੇ ਹਨ। ਮਾਤ ਨਾਨਕੀ ਜੀ ਸੋਚਦੇ ਹਨ, ਸਤ ਚਿਤਾਰਤ ਪਾਛਲ ਬਾਤੀ। ਤੇ ਮਨ ਵਿੱਚ ਸੋਚਦੇ ਹਨ ਪਿਛਲੀਆਂ ਗੱਲਾਂ ਵਿਚਾਰ ਕੇ ਵੀ ਕਿਸ ਤਰ੍ਹਾਂ ਜੰਗ ਹੋਏ, ਕਿਸ ਤਰ੍ਹਾਂ ਨਾਲ ਮਾਹੌਲ ਸੀ ਉਸ ਵੇਲੇ। ਸ੍ਰੀ ਹਰਿ ਗੋਬਿੰਦ ਜੀ ਮੇਰੇ ਪਕਾਤੀ। ਜਿਵੇਂ ਸਿਵੇਂ ਪਾਤਸ਼ਾਹ ਮੇਰੀਆਂ ਪੀਰੀਆਂ ਦੇ ਮਾਲਕ ਸੰਸਾਰ ਨੂੰ ਅਕਾਲ ਪੁਰਖੀ ਸੱਤਾ ਸਿੰਘਾਸਣ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੋੜਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਵੇਂ ਜੰਗ ਕੀਤੇ ਉਸ ਤਰ੍ਹਾਂ ਹੀ ਮਹਿਸੂਸ ਕਰ ਰਹੇ ਨੇ ਵੀ ਉਸ ਤਰ੍ਹਾਂ ਹੀ ਖੇਡ ਰਹੇ ਹਨ। ਸੁਧਾ ਸਰੋਵਰ ਨਿਕਸੇ ਜਥਾ। ਜਿਸ ਤਰ੍ਹਾਂ ਅੰਮ੍ਰਿਤ ਸਰੋਵਰ ਵਿੱਚੋਂ ਆਪ ਭਾਵ ਅੰਮ੍ਰਿਤਸਰ ਸਾਹਿਬ ਤੋਂ ਆਪ ਸ੍ਰੀ ਹਰਗੋਬਿੰਦਪੁਰ ਜੰਗ ਕਰਨ ਵਾਸਤੇ ਗਏ, ਜਿਵੇਂ ਉਤੋਂ ਆਏ। ਹਾਂਜੀ, ਮੁਗਲਸ ਖਾਨ ਸਹਿਤ ਦਲ ਮਥਾ। ਔਰ ਇਸ ਤਰ੍ਹਾਂ ਉਸ ਵੇਲੇ ਮੁਖਲਿਸ ਖਾਨ ਜਿਹੜਾ ਪਹਿਲਾ ਜੰਗ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਬੀਬੀ ਵੀਰੋ ਜੀ ਦੇ ਵਿਆਹ ਦਾ ਸਮਾਂ ਸੀ। ਭਾਈ ਸਾਹਿਬ ਜੀ ਨੇ ਇਸ ਨੂੰ ਮੁਖਲਿਸ ਖਾਨ ਦੀ ਜਗ੍ਹਾ ਮੁਗਲਸ ਖਾਨ ਲਿਖਿਆ ਹੋਇਆ, ਜਿਹੜਾ ਜਹਾਂਗੀਰ ਦਾ ਸਿਪਾਹੀ ਸੀ, ਸਿਪਾਹ ਸਾਲਾਰ ਸੀ। ਉਹ ਜੰਗ ਜਿਹੜਾ ਹੋਇਆ ਉਹਦੇ ਬਾਰੇ ਸਾਰੇ ਮਹਾਰਾਜ ਜੀ ਨੂੰ ਖੇਲਦਿਆਂ, ਸ਼ਸਤਰ ਸਿਖਾਉਂਦਿਆਂ ਦੇਖ ਕੇ
ਨਿਸ਼ਾਨਾ ਲਾਉਣਾ ਸਿਖਾਉਂਦਿਆਂ ਦੇਖ ਕੇ ਤੇ ਸ੍ਰੀ ਮਾਤ ਜੀ ਦੇ ਅੱਖਾਂ ਦੇ ਸਾਹਮਣੇ, ਨੇਤਰਾਂ ਦੇ ਸਾਹਮਣੇ ਉਹ ਸਾਰਾ ਦ੍ਰਿਸ਼ ਪੁਰਾਣਾ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਜੰਗਾਂ ਦਾ, ਯੁੱਧਾਂ ਦਾ ਸਾਹਮਣੇ ਨੇਤਰਾਂ ਦੇ ਆ ਰਿਹਾ ਹੈ। ਬਹਿਰ ਬਿਆਉ ਤਨ ਜਾ ਕੋ ਕੀਨ। ਜਿਵੇਂ ਅੰਮ੍ਰਿਤਸਰ ਤੋਂ ਬਾਅਦ, ਫਿਰ ਜੰਗ ਤੋਂ ਬਾਅਦ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ। ਲੁਟੀ ਵਸਤੂ ਤਨ ਗੰਤੇ ਲੀ। ਜਿਹੜੀਆਂ ਮਠਿਆਈਆਂ ਆਦਿਕ ਤਿਆਰ ਸਨ ਵਿਆਹ ਵਾਸਤੇ, ਉਹ ਸਾਰੀਆਂ ਲੁੱਟੀਆਂ ਗਈਆਂ ਜਦ ਹਮਲਾ ਹੋਇਆ। ਹਾਂਜੀ, ਹੁਣ ਕਰਤਾਰਪੁਰੇ ਵੱਡ ਜੰਗ। ਫਿਰ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ, ਜਿੱਥੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਨਗਰ ਵਸਾਇਆ ਹੋਇਆ। ਤੁਸੀਂ ਕਦੀ ਕਰਤਾਰਪੁਰ ਜਾਓਗੇ ਨਾ, ਹੁਣ ਤਾਂ ਵਿਧੀਪੁਰ ਲਾਗੇ ਉਹ ਬਣ ਗਿਆ ਫਲਾਈਓਵਰ, ਉੱਪਰੋਂ ਦੀ ਲੰਘ ਜਾਈਦਾ। ਪਰ ਜੇ ਇਸ ਪਾਸਿਓਂ ਅੰਮ੍ਰਿਤਸਰ ਸਾਹਿਬ ਨੂੰ ਜਾਓ ਤੇ ਸੱਜੇ ਪਾਸੇ ਝਾਤੀ ਮਾਰਦੇ ਜਾਣਾ। ਸ੍ਰੀ ਮਾਤ ਗੰਗਾ ਸਾਹਿਬਾ ਜੀ ਦੇ ਨਾਮ ਤੇ ਗੁਰਦੁਆਰਾ ਗੰਗਸਰ ਸਾਹਿਬ ਬਣਿਆ ਹੋਇਆ। ਅੰਦਰ ਉਹ ਅਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤ ਗੁਜਰੀ ਸਾਹਿਬਾ ਦਾ ਆਨੰਦ ਕਾਰਜ ਹੋਇਆ। ਜ਼ਰੂਰ ਦਰਸ਼ਨ ਕਰਨੇ। ਉਹਨਾਂ ਗਲੀਆਂ 'ਚੋਂ ਲੰਘੋਗੇ ਨਾ ਤੇ ਤੁਹਾਨੂੰ ਸੁਖ ਦਾ ਅਨੁਭਵ ਹੋਵੇਗਾ। ਇਸ ਤਰ੍ਹਾਂ ਲੱਗੇਗਾ ਬਈ ਉਹਨਾਂ ਗਲੀਆਂ ਵਿੱਚੋਂ ਲੰਘਦੇ ਪਏ ਆ ਜਿਹੜੀਆਂ ਗੁਰੂ ਅਰਜਨ ਦੇਵ ਜੀ ਨੇ ਆਪ ਡਰਾ ਕੀਤੀਆਂ ਨੇ, ਆਪ ਉਹਨਾਂ ਨਕਸ਼ਾ ਬਣਾਇਆ ਸਾਰਾ। ਉਹਨਾਂ ਗਲੀਆਂ ਵਿੱਚ ਚੱਲਣਾ ਇਤਨਾ ਰਸਕ ਹੁੰਦਾ ਹੈ ਜਿਵੇਂ ਕੋਈ ਸਮਾਧੀ ਲੀਨਤਾ ਮਿਲ ਰਹੀ ਹੋਵੇ। ਇੱਥੇ ਵੀ ਆਪ ਆਏ ਹੋ, ਇਹ ਹਰਿਮੰਦਰ ਗਲੀ ਵਿੱਚੋਂ ਲੰਘੋਗੇ, ਕੰਗਣ ਘਾਟ ਵੱਲ ਜਾਓਗੇ, ਬਾਲ ਲੀਲਾ ਵਾਲੇ ਪਾਸੇ ਨੂੰ ਜਾਓਗੇ, ਗਊ ਘਾਟ ਵੱਲ ਜਾਓਗੇ, ਤਾਂ ਇਹ ਆਪਣੇ ਹਿਰਦੇ 'ਚ ਵਿਚਾਰਦੇ ਜਾਣਾ ਬਈ ਇਹ ਉਹੀ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਖੇਲਦੇ ਰਹੇ, ਜਿੱਥੇ ਅਨੇਕਾਂ ਹੀ ਬਾਲ ਕੌਤਕ ਕੀਤੇ ਹਨ। ਫਿਰ ਇਹ ਤੁਹਾਡਾ ਆਉਣਾ, ਤੁਹਾਡਾ ਚੱਲਣਾ ਫਿਰਨਾ, ਜਦ ਬੈਠੋਗੇ ਤੇ ਇਸ ਤਰ੍ਹਾਂ ਮਹਿਸੂਸ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ 'ਚ ਬੈਠੇ ਹੋਏ। ਫਿਰ ਤੁਹਾਡਾ ਬੈਠਣਾ, ਚੱਲਣਾ ਫਿਰਨਾ, ਲੰਗਰ ਛਕਦਿਆਂ ਆਪਣੇ ਆਪ ਨੂੰ ਨਾ ਬਾਲਕਾਂ 'ਚ ਸ਼ਾਮਲ ਸਮਝ ਲੈਣਾ, ਜਿਹੜੇ ਬਾਲਕ ਮਹਾਰਾਜ ਨਾਲ ਰੋਜ਼ ਪੂੜੀਆਂ ਛੋਲੇ ਛਕਦੇ ਸਨ। ਇਸ ਤਰ੍ਹਾਂ ਤੁਹਾਡਾ ਲੰਗਰ ਛਕਣਾ ਸਮਾਧੀ ਲੀਨਤਾ ਵਰਗਾ ਹੋਵੇਗਾ। ਤੁਹਾਡਾ ਇਸ਼ਨਾਨ ਕਰਨਾ ਇੰਝ ਸਮਝ ਲੈਣਾ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਾਵਨ ਗੰਗਾ ਘਾਟ ਵਿੱਚ ਇਸ਼ਨਾਨ ਕਰਦੇ ਪਏ ਆ। ਸਮਾਧੀ ਲੀਨਤਾ ਵਰਗਾ ਹੋ ਜਾਏਗਾ। ਉਹ ਦ੍ਰਿਸ਼ ਸਾਰਾ ਤੁਹਾਡੇ ਰੋਮ ਰੋਮ ਨੂੰ ਰੋਮਾਂਚਿਤ ਕਰ ਦੇਵੇਗਾ। ਕਿਸੇ ਲਾਖੋ ਸਤਰੂ ਭੰਗ। ਇਸ ਤਰ੍ਹਾਂ ਮਾਤਾ ਜੀ ਉਹ ਸਾਰਾ ਦ੍ਰਿਸ਼ ਦੇਖਦੇ ਨੇ ਵੀ ਸ੍ਰੀ ਕਰਤਾਰਪੁਰੇ ਕਿਵੇਂ ਪੈਂਦੇ ਖਾਨ ਨਾਲ ਜੰਗ ਹੋਈ ਤੇ ਬਹੁਤ ਸਾਰੇ ਦੁਸ਼ਮਣ, ਲੱਖਾਂ ਹੀ ਸ਼ਤਰੂ ਜਿਹੜੇ ਸਨ ਉਹਨਾਂ ਦੇ ਅੰਗ ਭੰਗ ਹੋ ਗਏ ਤੇ ਬਹੁਤ ਸਾਰੇ ਮਾਰੇ ਗਏ ਉਹਨਾਂ ਜੰਗਾਂ ਵਿੱਚ। ਇਹ ਪੀ ਤਿੰਨ ਸਮ ਲੀਲਾ ਕਰਤੇ। ਇਹ ਮੇਰੇ ਸਪੋਤਰਾ ਜੀ ਵੀ ਉਹਨਾਂ ਵਰਗੀ ਲੀਲਾ ਕਰਦੇ ਪਏ ਨੇ, ਸ਼ਸਤਰਾਂ ਦਾ ਅਭਿਆਸ ਕਰ ਰਹੇ ਨੇ, ਮਟਕੇ ਫੋੜ ਦਿੰਦੇ ਨੇ, ਫਿਰ ਸਾਡੇ ਕੋਲੋਂ ਕੀਮਤੀ ਧਾਤੂ ਦੀਆਂ ਗਾਗਰਾਂ ਦਿਵਾ ਦਿੰਦੇ ਨੇ, ਫਿਰ ਉਹਨਾਂ ਤੇ ਵੀ ਨਿਸ਼ਾਨੇ ਲਾਉਂਦੇ ਨੇ। ਇਹ ਤਾਂ ਕੋਈ ਯੁੱਧ ਅਭਿਆਸ ਕਰ ਰਹੇ ਹਨ, ਐਸਾ ਸ੍ਰੀ ਮਾਤ ਨਾਨਕੀ ਜੀ ਸੋਚ ਰਹੇ ਹਨ। ਸ਼ਸਤਰਨ ਗਏ ਪਿਖ ਆਨੰਦ ਧਰਤੇ। ਤੇ ਸ਼ਸਤਰਾਂ ਨੂੰ ਦੇਖ ਕੇ ਮਹਾਰਾਜ ਬੜੇ ਖੁਸ਼ ਵੀ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਸਤਰਾਂ ਨੂੰ ਦੇਖ ਕੇ ਬੜੇ ਖੁਸ਼ ਹੁੰਦੇ। ਆਪ ਜੀ ਦੇ ਕੁਝ ਸ਼ਸਤਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੌਜੂਦ ਨੇ। ਆਪ ਜੀ ਦੀ ਸੈਫ ਹੈ, ਕਟਾਰ ਹੈ, ਖੰਜਰ ਹੈ, ਬਾਗ ਨੱਖੀ, ਇਸ ਤਰ੍ਹਾਂ ਚੱਕਰ ਨੇ, ਚੱਕਰੀ ਹੈ, ਖੰਡਾ ਹੈ ਛੋਟੇ ਆਕਾਰ ਦਾ। ਮਹਾਰਾਜ ਇਹਨਾਂ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸਨ ਤੇ ਆਪਣੇ ਮਸਤਕ ਤੇ ਖੰਡਾ ਸਜਾ ਲੈਂਦੇ ਸਨ। ਫਿਰ ਚੱਕਰ ਸੀਸ ਤੇ ਰੱਖ ਸਜਾ ਲੈਣੇ, ਫਿਰ ਸੈਫ ਪਕੜ ਲੈਣੀ ਤੇ ਉਹ ਗੁਲੇਲ ਚਲਾਉਣ ਵਾਲੇ ਬਾਲਕਾਂ ਨੂੰ ਕਹਿਣਾ, ਆਓ ਹੁਣ
ਮੇਰੇ ਸਾਹਮਣੇ ਫੇਰ ਗੁਲੇਲ ਚਲਾਓ, ਨਿਸ਼ਾਨੇ ਲਗਾਓ। ਤੇ ਇਸ ਤਰ੍ਹਾਂ ਲੱਗਣਾ ਜਿਵੇਂ ਬ੍ਰਹਿਮੰਡ ਦਾ ਸਭ ਤੋਂ ਵੱਡਾ ਸੈਨਿਕ ਫੌਜੀ ਜਰਨੈਲ ਆਪਣੀ ਸੈਨਿਕ ਟੁਕੜੀ ਨੂੰ ਕਿਸੇ ਜੰਗ ਲਈ ਤਿਆਰ ਕਰਦਾ ਪਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕੌਤਕ ਵਰਤਾ ਰਹੇ ਨੇ ਤੇ ਮਾਤਾ ਜੀ ਸੋਚਦੇ ਨੇ ਇਹ ਤਾਂ ਯੁੱਧ ਅਭਿਆਸ ਕਰ ਰਹੇ ਹਨ। ਹੋਏ ਤਰੁਣ ਬਹੁ ਪਾਏ ਪ੍ਰਤਾਪੇ, ਇਹ ਜਦੋਂ ਵੱਡੇ ਹੋਣਗੇ ਤੇ ਇਹਨਾਂ ਦਾ ਪ੍ਰਤਾਪ ਬੜਾ ਵੱਧ ਜਾਏਗਾ। ਸ੍ਰੀ ਮਾਤਾ ਨਾਨਕੀ ਜੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦੀ ਮਾਂ ਨੇ, ਆਪਣੇ ਸੁਪੁੱਤਰੇ ਗੁਰੂ ਗੋਬਿੰਦ ਸਿੰਘ ਜੀਆਂ ਬਾਰੇ ਇਸ ਤਰ੍ਹਾਂ ਵਿਚਾਰ ਮਨ ਵਿੱਚ ਲਿਆ ਰਹੇ ਹਨ। ਸ਼ੀਲ ਪਿਤਾ ਮਾ ਸਮ ਹੋਏ ਜਾਪੇ, ਇਹਨਾਂ ਦਾ ਸੁਭਾਅ ਆਪਣੇ ਪਿਤਾਮਾ ਦਾਦਾ ਜੀ ਵਰਗਾ ਹੋ ਜਾ ਰਿਹਾ ਹੈ। ਤੇਜ ਚਪਲਤਾ ਪਿਖ ਪਿਖ ਨੀਤ, ਬੜੇ ਤੇਜ਼ ਚਾਲ ਚੱਲਦੇ ਹਨ ਤੇ ਉਹਨਾਂ ਦੀ ਨੀਤੀ ਹਰ ਰੋਜ਼ ਦੇਖਦੇ ਹਨ, ਖੁਸ਼ ਹੁੰਦੇ ਹਨ। ਤਉ ਅੰਨ ਦਤ ਅਤ ਸਚੀਤ, ਫੇਰ ਵੀ ਦੇਖ ਦੇਖ ਕੇ ਤੇ ਬਹੁਤ ਚਿੱਤ ਵਿੱਚ ਆਨੰਦਿਤ ਹੁੰਦੇ ਤੇ ਲੱਗਦਾ ਹੈ ਬਈ ਇਹ ਤਾਂ ਇੰਝ ਲੱਗਦਾ ਜਿਵੇਂ ਇਹਨਾਂ ਦਾ ਦਾਦਾ ਹੀ ਵਾਪਸ ਆ ਗਿਆ ਹੋਵੇ। ਗੁਰੂ ਹਰਗੋਬਿੰਦ ਸਾਹਿਬ ਹੀ ਆ ਗਏ ਹੋਵਣ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਕੱਦ ਕਾਠ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਹੀ ਸੀ, ਉੱਚੇ ਲੰਬੇ ਜਵਾਨ, ਇਹ ਮੋਢੇ ਉੱਪਰ ਉੱਠੇ ਹੋਏ। ਭਾਈ ਸਾਹਿਬ ਨੇ ਲਿਖਿਆ ਹੋਇਆ ਗੁਰਪਿਤ ਸਮ ਦੀਰਘ ਡੀਲਨ, 10 ਜਾਮੇ ਗੁਰੂ ਨਾਨਕ ਦੇ, 8 ਜਾਮੇ ਸਮੁੰਦਰ ਕੱਦ ਦੇ ਹੋਏ ਤੇ 2 ਜਾਮੇ ਉੱਚੇ ਲੰਮੇ ਕੱਦ ਕਾਠ ਦੇ, ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਤੇ ਮਾਤ ਜੀ ਦੇਖ ਕੇ ਪ੍ਰਸੰਨ ਹੋ ਰਹੇ ਨੇ ਬਈ ਇਹ ਤਾਂ ਮੇਰੇ ਪਤੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਦਾਦੇ ਵਰਗੇ ਨਿਕਲ ਰਹੇ ਹਨ। ਚਿਰੰਕਾਲ ਕੀ ਚਾਹਤ ਪੋਤਾ, ਬੜੇ ਲੰਬੇ ਸਮੇਂ ਦੀ ਚਾਹਤ ਸੀ ਬਈ ਮੈਨੂੰ ਪੋਤਰਾ ਮਿਲੇ। ਵਾਕਈ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਨੰਦ ਕਾਰਜ ਤੋਂ 26 ਸਾਲ ਬਾਅਦ ਮਾਤਾ ਨਾਨਕੀ ਜੀ ਨੂੰ ਪੋਤਰਾ ਦੇਖਣਾ ਮਿਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਇੰਨਾ ਲੰਮਾ ਸਮਾਂ ਇੰਤਜ਼ਾਰ ਹੋਵੇ ਤੇ ਦਾਦੀ ਦੀ ਝੋਲੀ 'ਚ ਪੋਤਰਾ ਖੇਲਣ ਲੱਗ ਪਏ ਤੇ ਫਿਰ ਆਮ ਦਾਦੀ ਹੋਵੇ ਤੇ ਆਮ ਪੋਤਰਾ ਹੋਵੇ ਤਾਂ ਉਹ ਦਾਦੀ ਸੰਸਾਰ ਦੀ ਸ਼ਹਿਨਸ਼ਾਹ ਆਪਣੇ ਆਪ ਨੂੰ ਸਮਝਦੀ ਹੈ ਤੇ ਜਿਹੜੀ ਦਾਦੀ ਮਾਤਾ ਨਾਨਕੀ ਵਰਗੀ ਹੋਵੇ ਤੇ ਜਿਹਦਾ ਸਪੁੱਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਹੀਂ, ਗੁਰੂ ਗੋਬਿੰਦ ਸਿੰਘ ਆਪ ਹੋਣ ਤੇ ਫਿਰ 26 ਸਾਲ ਦੇ ਇੰਤਜ਼ਾਰ ਬਾਅਦ ਮਿਲਿਆ ਹੋਵੇ, ਉਹਦਾ ਹਿਰਦੇ ਦੀ ਭਾਵਨਾ ਕੀ ਹੋਵੇਗੀ, ਕੌਣ ਬਿਆਨ ਕਰ ਸਕਦਾ ਹੈ। ਬੜੇ ਖੁਸ਼ ਨੇ, ਬੜੇ ਪ੍ਰਸੰਨ ਨੇ। ਧੰਨ ਧੰਨ ਮਾਤ ਨਾਨਕੀ ਸਾਹਿਬਾ, ਆਇਓ ਜਨ ਸਨੇਹ ਕੋ ਪੋਤਾ। ਇਸ ਤਰ੍ਹਾਂ ਲੱਗਦਾ ਹੈ ਵੀ ਸਨੇਹ ਦਾ, ਮਮਤਾ ਦਾ ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੋ ਗਿਆ। ਇੱਥੇ ਵਿਹੜੇ ਵਿੱਚ ਜਿੱਥੇ ਤੁਸੀਂ ਬੈਠੇ ਹੋਏ ਹੋ, ਇੱਥੇ ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿੱਛੇ ਦੌੜਨ ਵੀ ਲੱਗ ਪੈਂਦੇ ਤੇ ਨਾਲੇ ਪਕੜ ਲੈਂਦੇ ਨੇ ਤੇ ਨਾਲੇ ਕਹਿੰਦੇ ਠਹਿਰ ਜਾਓ ਲਾਲ ਜੀ, ਮੈਂ ਐਨੀ ਜਵਾਨ ਨਹੀਂ ਆ ਜਿੰਨੇ ਤੁਸੀਂ ਹੈਗੇ ਹੋ। ਐਨਾ ਮੇਰੇ ਕੋਲੋਂ ਦੌੜਿਆ ਨਹੀਂ ਜਾਂਦਾ ਜਿੰਨਾ ਤੁਸੀਂ ਦੌੜਦੇ ਹੋ, ਪਰ ਐਨਾ ਕਮਜ਼ੋਰੀ ਵੀ ਨਹੀਂ, ਮੈਂ ਤੁਹਾਨੂੰ ਦੌੜ ਕੇ ਫੜ ਵੀ ਸਕਦੀ ਹਾਂ। ਇਸ ਤਰ੍ਹਾਂ ਇਹ ਵਿਹੜਾ ਆਨੰਦ ਦੀਆਂ ਤਰੰਗਾਂ ਦਾ, ਮਮਤਾ ਦਾ, ਸਨੇਹ ਦਾ ਸਾਗਰ ਬਣਿਆ ਹੋਇਆ ਹੈ। ਸੋਹਤ ਚਾਰੂ ਚੀਰ ਸਰੀਰ, ਬਹੁਤ ਸੋਹਣੇ ਬਸਤਰ ਦਾਦੀ ਮਾਂ ਮਾਤਾ ਨਾਨਕੀ ਜੀ ਆਪ ਸਾਹਿਬ ਜੀਆਂ ਨੂੰ ਪਹਿਨਾਉਂਦੇ ਨੇ, ਜੋ ਬਹੁਤ ਖੂਬਸੂਰਤ ਹਨ। ਜੇਵਰ ਜੇਬ ਜਵਾਹਰ ਹੀਰ, ਬਹੁਤ ਸੋਹਣੇ ਹੀਰੇ ਜਵਾਹਰਾਤ ਉਹਨਾਂ ਦੀਆਂ ਮਾਲਾਵਾਂ ਨੇ, ਗਲ 'ਚ ਪਾਉਂਦੇ ਨੇ, ਜੜਾਊ ਕੰਗਣ ਪਹਿਨਾਉਂਦੇ ਨੇ। ਇਸ ਤਰ੍ਹਾਂ ਬਹੁਤ ਪ੍ਰਸੰਨ ਹੁੰਦੇ ਹਨ। ਦਿਨ ਮੈਂ ਅਨਕ ਖੇਲ ਕਰਨ ਤੇ, ਇਸ ਢੰਗ ਦੇ ਨਾਲ ਸ੍ਰੀ ਮਾਤ ਜੀ ਆਨੰਦਿਤ ਹੁੰਦੇ ਹਨ।
ਉਹਨਾਂ ਦੇ ਨੇਤਰਾਂ ਵਿੱਚ ਚਮਕ ਆ ਜਾਂਦੀ, ਉਹਨਾਂ ਦਾ ਮਸਤਕ ਡਲਕਾ ਮਾਰਨ ਲੱਗ ਪੈਂਦਾ ਤੇ ਪ੍ਰਸੰਨ ਹੋ ਕੇ ਕਹਿੰਦੇ ਨੇ, ਅੱਜ ਸੰਸਾਰ ਦੀ ਸਭ ਤੋਂ ਵੱਡੀ ਮਹਾਰਾਣੀ ਮੈਂ ਹੈਗੀ, ਕਿਉਂਕਿ ਮੇਰੀ ਝੋਲੀ ਪ੍ਰਮਾਤਮਾ ਨੇ ਐਸੇ ਲਾਲ ਨਾਲ ਪਾ ਕੇ ਨਿਵਾਜ਼ ਦਿੱਤੀ ਹੈ, ਜਿਹੋ ਜਿਹਾ ਲਾਲ ਸੰਸਾਰ ਦੇ ਕਿਸੇ ਸ਼ਹਿਨਸ਼ਾਹ ਦੇ ਖਜ਼ਾਨੇ 'ਚ ਨਹੀਂ ਹੈਗਾ। ਤੇ ਸਾਰੇ ਸ਼ਹਿਨਸ਼ਾਹਾਂ ਦੇ ਖਜ਼ਾਨਿਆਂ ਦੇ ਲਾਲ ਜਵਾਹਰਾਤ ਇਹਨਾਂ ਦੇ ਚਰਨਾਂ ਤੋਂ ਸਦਕੇ ਕੀਤੇ ਜਾ ਸਕਦੇ ਨੇ। ਇਸ ਤਰ੍ਹਾਂ ਆਨੰਦਿਤ ਹੁੰਦੇ ਨੇ, ਹੀਰੇ ਜਵਾਹਰਾਤ ਸਜੇ ਹੋਏ ਬਸਤਰ ਪਹਿਨਾਉਂਦੇ ਹਨ, ਗਹਿਣੇ ਆਦਿਕ। ਸਾਹੁਨ ਕੇ ਸਿਸਿਆਨ ਮਿਲੰਤੇ, ਵੱਡੇ ਵੱਡੇ ਵਪਾਰੀਆਂ ਦੇ ਬੱਚੇ ਆ ਕੇ ਮਹਾਰਾਜ ਨਾਲ ਮਿਲਦੇ ਨੇ, ਖੇਲਦੇ ਨੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਵੀ ਲਿਆਉਂਦੇ ਨੇ, ਜਿਵੇਂ ਆਪ ਸਾਰੇ ਭੇਟਾਵਾਂ ਲੈ ਕੇ ਆ ਰਹੇ। ਇਹ ਮੈਂ ਅਰਜ਼ ਕਰਾਂ, ਥੋੜਾ ਜਿਹਾ ਮਾਹੌਲ ਹੈਗਾ ਲੋਕਡਾਊਨ, ਤੇ ਕਾਰੋਬਾਰ ਇਹਨੇ ਵਧੀਆ ਇਹਨਾਂ ਦਿਨਾਂ 'ਚ ਨਹੀਂ ਚੱਲ ਰਿਹਾ, ਪਰ ਫਿਰ ਵੀ ਮੈਂ ਆਪ ਸੰਗਤਾਂ ਦੇ ਚਰਨਾਂ ਤੋਂ ਸਦਕੇ ਜਾਂਦਾ। ਮੈਂ ਕੱਲ ਗੁਜ਼ਾਰਿਸ਼ ਕੀਤੀ ਸੀ ਬਈ ਜਿਨ੍ਹਾਂ ਕੋਲ ਜ਼ਿਆਦਾ ਸਮਰੱਥਾ ਹੈ ਉਹ ਜ਼ਿਆਦਾ ਮਾਇਆ ਭੇਜੋ। ਇਸ ਵਾਰੀ ਤੁਹਾਡੀ ਮਾਇਆ ਦੀ ਜ਼ਿਆਦਾ ਲੋੜ ਹੈਗੀ। ਜਿਨ੍ਹਾਂ ਕੋਲ ਥੋੜ੍ਹੀ ਹੈ ਉਹ ਥੋੜ੍ਹੀ ਭੇਜ ਦਿਓ, ਤੇ ਜਿਨ੍ਹਾਂ ਕੋਲ ਅਜੇ ਸਮਰੱਥਾ ਬਿਲਕੁਲ ਨਹੀਂ ਹੈਗੀ ਉਹ ਜ਼ਮੀਨ 'ਤੇ ਖੜੇ ਹੋ ਕੇ ਤੇ ਪਟਨਾ ਸਾਹਿਬ ਵੱਲ ਨੂੰ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵੀ ਇੰਨੀ ਸਮਰੱਥਾ ਬਖਸ਼ੋ ਤੇ ਅਸੀਂ ਵੀ ਤੇਰੇ ਦਰ 'ਤੇ ਆ ਕੇ ਸੇਵਾ ਕਰੀਏ। ਇਹ ਕੱਲ ਬੇਨਤੀ ਕੀਤੀ ਸੀ ਤੇ ਅੱਜ ਸਵੇਰੇ 1:30 ਵਜੇ ਜਿਉਂ ਜਾਗੇ ਹਾਂ ਤੇ ਦੇਖਿਆ ਲਾਈਨਾਂ ਲੱਗੀਆਂ ਹੋਈਆਂ ਮਾਇਆ ਦੀਆਂ ਸਲਿੱਪਾਂ ਦੀਆਂ। ਸਾਰਾ ਦਿਨ ਮੇਰੇ ਕੋਲੋਂ ਫਾਰਵਰਡ ਕਰਨ ਨਹੀਂ ਹੋਇਆ, ਇਤਨੀ ਮਾਇਆ ਅੱਜ ਆ ਗਈ। ਗਿਣਤੀ ਤਾਂ ਮੈਂ ਨਹੀਂ ਕੀਤੀ, ਪਰ ਸਾਰਾ ਦਿਨ ਹਰ ਸੈਕਿੰਡ ਬੈਂਕਾਂ ਦੀਆਂ ਸਲਿੱਪਾਂ ਸਕਰੀਨ ਸ਼ਾਟ ਆਈ ਗਏ। ਤੇ ਜਿਤਨੀ ਵਾਰੀ ਮੈਂ ਦੇਖੀ ਗਿਆ ਉਤਨੀ ਵਾਰੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕੀ ਗਿਆ ਬਈ ਹੇ ਗੁਰੂ ਕਲਗੀਆਂ ਵਾਲਿਆ, ਸਾਰੀ ਦੁਨੀਆ ਭੁੱਖੀ ਭਾਵੇਂ ਹੋ ਜਾਏ ਪਰ ਤੇਰਾ ਖਾਲਸਾ ਕਦੀ ਭੁੱਖਾ ਨਹੀਂ ਹੁੰਦਾ, ਸਦਾ ਰੱਜਿਆ ਹੀ ਰਹਿੰਦਾ ਹੈ। ਔਰ ਰੱਜਿਆ ਹੀ ਨਹੀਂ ਰਹਿੰਦਾ ਬਲਕਿ ਦੁਨੀਆ ਦੇ ਭੁੱਖਿਆਂ ਨੂੰ ਰਜਾਉਂਦਾ ਵੀ ਰਹਿੰਦਾ। ਇਹ ਮੈਂ ਕੱਲ ਬੇਨਤੀ ਕੀਤੀ ਸੀ ਤੇ ਮੈਨੂੰ ਹੁਣ ਪੂਰਾ ਭਰੋਸਾ ਬਣ ਗਿਆ। ਸਾਡੇ ਸਤਿਕਾਰਯੋਗ ਮੁੱਖ ਸੇਵਾਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਹਿੱਤ ਬਿਰਾਜਮਾਨ ਨੇ। ਉਹਨਾਂ ਦੇ ਨਾਲ ਜਨਹਿਤ ਗੁਰਬਾਣੀ ਚੈਨਲ ਜਿਹੜਾ ਰੋਜ਼ ਤੁਸੀਂ ਦੇਖਦੇ ਹੋ, ਉਹਦੇ ਓਨਰ ਵੀ ਨਾਲ ਸੁਦੀਪ ਸਿੰਘ ਜੀ ਵੀ ਆਏ। ਮੈਨੂੰ ਬਹੁਤ ਸੰਗਤਾਂ ਦੇ ਫੋਨ ਆਉਂਦੇ ਨੇ ਵੀ ਪ੍ਰਧਾਨ ਜੀ ਨੇ ਕਦੋਂ ਬੋਲਣਾ ਹੈ, ਉਹਨਾਂ ਦਾ ਟਾਈਮ ਕਦੋਂ ਹੈ। ਮੈਨੂੰ ਇੱਕ ਦਿਨ ਫੋਨ ਆਇਆ ਇੱਕ ਮਾਤਾ ਜੀ ਦਾ, ਕਹਿੰਦੇ ਬਈ ਉਹ ਵੱਡੇ ਜਥੇਦਾਰ ਜੀ ਨੇ ਕਦੋਂ ਬੋਲਣਾ। ਮੈਂ ਕਿਹਾ ਵੱਡੇ ਜਥੇਦਾਰ ਜੀ ਕਿਹੜੇ ਨੇ? ਕਹਿੰਦੇ ਤੁਹਾਡੇ ਪਿਤਾ। ਤੁਸੀਂ ਛੋਟੇ ਜਥੇਦਾਰ ਹੋ, ਵੱਡੇ ਜਥੇਦਾਰ। ਮੈਂ ਕਿਹਾ ਤੁਸੀਂ ਪ੍ਰਧਾਨ ਜੀ ਦੀ ਗੱਲ ਕਰ ਰਹੇ ਹੋ? ਕਹਿੰਦੇ ਹਾਂ, ਉਹ ਜਦ ਬੋਲਦੇ ਨੇ ਸਾਨੂੰ ਬੜਾ ਚੰਗਾ ਲੱਗਦਾ। ਸਾਧ ਸੰਗਤ ਕੋਈ ਵੀ ਗੁਰੂ ਦੀ ਗੱਲ ਬੋਲੇ, ਜਿਨ੍ਹਾਂ ਨੂੰ ਗੁਰੂ ਚੰਗਾ ਲੱਗਦਾ ਉਹਨਾਂ ਨੂੰ ਗੁਰੂ ਦੀ ਗੱਲ ਕਰਨ ਵਾਲਾ ਵੀ ਚੰਗਾ ਲੱਗਦਾ। ਜਿਨ੍ਹਾਂ ਨੂੰ ਗੁਰੂ ਹੀ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਨਾ ਗੁਰੂ ਦੀ ਗੱਲ ਚੰਗੀ ਲੱਗਦੀ ਹੈ ਤੇ ਨਾ ਗੁਰੂ ਦੀ ਗੱਲ ਕਰਨ ਵਾਲਾ ਹੀ ਕੋਈ ਚੰਗਾ ਲੱਗਦਾ। ਬੜਾ ਉਤਸ਼ਾਹ ਬਣਿਆ ਮਨ ਵਿੱਚ, ਬੜਾ ਚਾਅ ਬਣਿਆ। ਪਟਨਾ ਸਾਹਿਬ ਦੇ ਤਮਾਮ ਸਾਹੂਕਾਰ, ਉਹਨਾਂ ਦੇ ਬਾਲਕ ਮਹਾਰਾਜ ਜੀਆਂ ਨਾਲ ਆ ਕੇ ਖੇਲਦੇ ਨੇ ਤੇ ਬੜਾ ਆਨੰਦ ਬਣਦਾ ਹੈ। ਸੋਹਤ ਚਾਰੂ ਚੀਰ ਸਰੀਰ, ਬੜੇ ਸੋਹਣੇ ਬਸਤਰ ਮਹਾਰਾਜ ਜੀ ਦੇ ਗਲ ਪਾਏ ਹੋਏ,
ਸ਼ੋਭਦੇ ਹਨ। ਜ਼ੇਵਰ ਜੀਵ ਜਵਾਹਰ ਹੀਰ, ਬਹੁਤ ਸੋਹਣੇ ਜ਼ੇਵਰ ਜਵਾਹਰਾਤ ਹੀਰਿਆਂ ਦੇ ਬਣੇ ਹੋਏ, ਦਿਨ ਮੈਂ ਅਨਕ ਖੇਲ ਵਿਚਰੰਤੇ, ਜਿਨ੍ਹਾਂ ਵਿੱਚ ਮਹਾਰਾਜ ਉਹ ਤਮਾਮ ਸੋਹਣੇ ਗਹਿਣੇ ਬਸਤਰ ਪਾ ਕੇ ਤੇ ਬਾਲਕਾਂ ਵਿੱਚ ਵਿਚਰ ਰਹੇ ਹਨ, ਖੇਲ ਖੇਲ ਰਹੇ ਹਨ। ਸਾਹਨ ਕੇ ਸਿਆਨ ਮਿਲੰਤੇ, ਇਸ ਤਰ੍ਹਾਂ ਵੱਡੇ ਵੱਡੇ ਅਮੀਰਾਂ ਦੇ ਬਾਲਕ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆ ਜਾਂਦੇ ਹਨ। ਹੋਤ ਸਰਵਰੀ ਸਦਨ ਸਿਧਾਵੇ, ਸਾਰਾ ਦਿਨ ਮਹਾਰਾਜ ਜੀ ਦੇ ਨਾਲ ਰਹਿੰਦੇ ਨੇ ਤੇ ਧੰਨ ਧੰਨ ਮਾਤ ਨਾਨਕੀ ਸਾਹਿਬਾ ਆਪ ਉਹਨਾਂ ਸਾਰਿਆਂ ਨੂੰ ਬਿਠਾ ਕੇ ਭੋਜਨ ਕਰਦੇ ਨੇ। ਤੇ ਕਈ ਵਾਰੀ ਮਹਾਰਾਜ ਜੀ ਨੂੰ ਕਹਿੰਦੇ ਨੇ, ਲਾਲ ਜੀ ਤੁਸੀਂ ਮੇਰੀ ਗੋਦ ਵਿੱਚ ਆ ਜਾਓ, ਤੇ ਮਹਾਰਾਜ ਕਹਿੰਦੇ ਨਹੀਂ, ਮੈਂ ਬਾਲਕਾਂ ਦੇ ਨਾਲ ਹੀ ਭੋਜਨ ਕਰਨਾ ਹੈ। ਇਸ ਤਰ੍ਹਾਂ ਮਾਤਾ ਜੀ ਸਦਕੇ ਜਾਂਦੇ ਹੋਏ ਭੋਜਨ ਕਰਾਉਂਦੇ ਨੇ। ਫਿਰ ਰਾਤ ਪੈ ਜਾਂਦੀ ਹੈ ਤੇ ਕਈ ਤਾਂ ਮਹਾਰਾਜ ਜੀ ਦੇ ਲਾਗੇ ਹੀ ਸੌਂ ਜਾਂਦੇ, ਉਹਨਾਂ ਦਾ ਮਨ ਨਹੀਂ ਕਰਦਾ ਜਾਣ ਨੂੰ। ਇਹ ਹੁਣ ਤੁਸੀਂ ਆਏ ਹੋ, ਗੁਰਪੁਰਬ ਦੀਆਂ ਰੌਣਕਾਂ ਹੋਣਗੀਆਂ ਤੇ ਬੜਿਆਂ ਦਾ ਮਨ ਨਹੀਂ ਕਰਨਾ ਜਾਣ ਬਈ ਵਾਪਸ ਆਪਣੇ ਨਗਰ ਜਾਈਏ। ਇਹ ਸੰਤ ਬਾਬਾ ਦੀਪਕ ਸਿੰਘ ਜੀ ਦੋਦਰ ਤੋਂ ਮਹਾਂਪੁਰਖ ਪਹੁੰਚੇ ਹੋਏ ਨੇ। ਮੈਂ ਕੱਲ ਪੁੱਛਿਆ ਸੀ, ਮੈਂ ਕਿਹਾ ਕੀ ਪ੍ਰੋਗਰਾਮ ਹੈ? ਕਹਿਣ ਲੱਗੇ ਜੇ ਇੱਕ ਦਿਨ ਹੋਰ ਰਹਿਣ ਨੂੰ ਮਨ ਕਰਦਾ। ਸੱਚ ਜਾਣਨਾ ਮਨ ਨਹੀਂ ਕਰਦਾ ਫਿਰ ਜਾਣ ਨੂੰ, ਇਸ ਲਈ ਬਾਲਕ ਮਹਾਰਾਜ ਜੀ ਦੇ ਲਾਗੇ ਹੀ ਸੌਂ ਜਾਂਦੇ। ਕਈਆਂ ਨੂੰ ਸੁੱਤਿਆਂ ਨੂੰ ਬੱਚਿਆਂ ਨੂੰ ਮਾਤਾ ਪਿਤਾ ਉਠਾ ਕੇ ਲੈ ਜਾਂਦੇ ਨੇ, ਕੁਝ ਰਾਤ ਨੂੰ ਚਲੇ ਜਾਂਦੇ ਹਨ। ਮਾਤ ਪਿਤਨ ਟਿਗ ਗੁਰ ਗੁਣ ਗਾਵੇ, ਤੇ ਮਾਤਾ ਪਿਤਾ ਦੇ ਕੋਲ ਜਾ ਕੇ ਵੀ ਹੋਰ ਕੋਈ ਗੱਲ ਨਹੀਂ ਕਰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵਡਿਆਈਆਂ ਕਰਦੇ ਨੇ। ਤੇ ਕੀ ਕਰਦੇ ਹਨ ਸੁਣੀਏ। ਇਮ ਹਮ ਸੰਗ ਬਿਲਾਸਤ ਖੇਲਤ, ਬਈ ਇਸ ਤਰ੍ਹਾਂ ਮਹਾਰਾਜ ਸਾਡੇ ਨਾਲ ਹੱਸਦੇ ਨੇ, ਸਾਡੇ ਨਾਲ ਖੇਲਦੇ ਨੇ। ਹਾਂਜੀ, ਬਲ ਕੋ ਕਰਤ ਧਕੇਲਤ ਤੇ ਮੇਲਤ, ਕਦੀ ਸਾਨੂੰ ਬਲ ਨਾਲ ਧੱਕਾ ਦੇ ਕੇ ਪਿੱਛੇ ਕਰ ਦਿੰਦੇ ਤੇ ਫਿਰ ਕਦੀ ਗਲ ਨਾਲ ਲਾ ਲੈਂਦੇ ਨੇ। ਇਸ ਤਰ੍ਹਾਂ ਖੇਲ ਚੱਲਦਾ ਹੈ। ਮਧੁਰ ਅਚਨ ਕੀ ਵਸਤੂ ਨਾਨਾ, ਤੇ ਬਹੁਤ ਸੋਹਣੀਆਂ ਮਿੱਠੀਆਂ ਵਸਤੂਆਂ ਨਾਨਾ ਪ੍ਰਕਾਰ ਦੀਆਂ ਸਕਣ ਵਾਸਤੇ। ਆਨਤ ਸਿੱਖ ਕਰਤ ਬਹੁ ਖਾਨਾ, ਔਰ ਇਸ ਤਰ੍ਹਾਂ ਦੇ ਨਾਲ ਬਹੁਤ ਸਿੱਖ ਪਦਾਰਥ ਲੈ ਕੇ ਆਉਂਦੇ ਨੇ। ਇਹ ਹੁਣੇ ਹੀ ਮੈਂ ਇੱਕ ਸੱਜਣ ਨਾਲ ਮੇਰੀ ਗੱਲ ਹੋਈ, ਮੈਂ ਕਿਹਾ ਵੀ ਸੰਗਤਾਂ ਆਉਂਦੀਆਂ ਨੇ ਤੇ ਕਈ ਦਫਾ ਉਹਨਾਂ ਵਾਸਤੇ ਵਾਸ਼ਰੂਮ ਆਦਿਕ ਜਾਣ ਲਈ ਚੱਪਲਾਂ ਦਾ ਔਖਾ ਹੋ ਜਾਂਦਾ, ਤੇ ਮੈਨੂੰ ਕਹਿਣ ਲੱਗੇ ਅੱਜ ਹੀ ਬਿਲਟੀ ਭੇਜ ਦਿੰਦੇ ਆ, 2000 ਜੋੜੇ ਚੱਪਲਾਂ ਦੇ ਭੇਜ ਦਿੰਦੇ। ਐਸਾ ਕਦੀ ਹੋਇਆ? ਪਰ ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਸੰਭਵ ਹੈ। ਇੱਥੇ ਤੁਸੀਂ ਫੁਰਨਾ ਬਣਾ ਲਓ ਬਈ ਕੀ ਕਰਨਾ ਹੈ, ਫੁਰਨਾ ਬਣਾ ਲਓ ਬਈ ਸਾਰਾ ਹੀ ਦਰਬਾਰ ਸਾਹਿਬ ਸੋਨੇ ਨਾਲ ਮੜ ਦੇਣਾ ਤੇ ਗੁਰੂ ਸਾਹਿਬ ਕਿਰਪਾ ਕਰ ਦੇਣਗੇ। ਸੰਗਤਾਂ ਦੂਰ ਦਰਾਜ਼ ਦੇਸ਼ਾਂ ਵਿਦੇਸ਼ਾਂ ਤੋਂ ਮਾਇਆ ਦੇ, ਸੋਨੇ ਦੇ, ਹੀਰਿਆਂ ਦੇ ਅੰਬਾਰ ਲਾ ਦੇਣਗੀਆਂ ਤੇ ਦਿਨਾਂ ਵਿੱਚ ਇਹ ਫੁਰਨਾ ਪੂਰਾ ਹੋ ਜਾਏਗਾ। ਇੱਥੇ ਫੁਰਨਾ ਕਰਨ ਦੀ ਲੋੜ ਹੈ। ਜੋ ਫੁਰਨਾ ਹੁੰਦਾ ਪਦਾਰਥਾਂ ਦੇ ਅੰਬਾਰ ਲੱਗ ਜਾਂਦੇ ਹਨ। ਸਭ ਕੋ ਕਰ ਹਿਤ ਨਿਕਟ ਬਿਠਾਵੇ, ਤੇ ਮਾਤਾ ਜੀ ਸਾਰਿਆਂ ਬੱਚਿਆਂ ਨੂੰ ਹਿੱਤ ਕਰਕੇ, ਪਿਆਰ ਕਰਕੇ, ਮਮਤਾ ਉੜੇਲਦਿਆਂ ਹੋਇਆਂ ਨਿਕਟ ਨੇੜੇ ਬਿਠਾ ਲੈਂਦੇ ਹਨ। ਕਹਿ ਕਹਿ ਦੇਤ ਹਮੋ ਤ੍ਰਿਪਤਾਵੇ, ਇਸ ਤਰ੍ਹਾਂ ਬਾਲਕ ਆਪਣੇ ਘਰਾਂ ਜਾ ਕੇ ਦੱਸਦੇ ਨੇ ਵੀ ਅਸੀਂ ਬਸ ਕਰਦੇ ਹਾਂ, ਨਹੀਂ ਖਾਧਾ ਜਾਂਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਦੀ ਮਾਤਾ ਜੀ ਨੂੰ ਕਹੇ, ਦਾਦੀ ਜੀ ਇਹਨਾਂ ਨੂੰ ਹੋਰ ਦਿਓ। ਇਸ ਤਰ੍ਹਾਂ ਸਾਨੂੰ ਹੋਰ ਰਜਾ ਦਿੰਦੇ। ਇਸ ਤਰ੍ਹਾਂ ਮਹਾਰਾਜ ਜੀ ਦੀਆਂ ਵਡਿਆਈਆਂ ਘਰ ਘਰ ਵਿੱਚ ਹੋ ਰਹੀਆਂ ਹਨ। ਔਰ ਇਹ ਸਾਰੀਆਂ ਗਾਥਾਵਾਂ ਇਸ ਜਗ੍ਹਾ ਦੀਆਂ ਜਿੱਥੇ ਤੁਸੀਂ ਬੈਠੇ ਹੋ। ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਬਾਕੀ ਵਿਚਾਰ ਕੱਲ ਆਪ ਜੀ ਦੇ ਨਜ਼ਰ ਕਰਾਂਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਨੇ ਸਰਵਣ ਕੀਤਾ, ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਬਖਸ਼ ਦੇਣਾ।
ਇੱਕ ਸੂਚਨਾ ਹੈ, ਉਸ ਤੋਂ ਬਾਅਦ 2 ਮਿੰਟ ਮਹਾਮੰਤਰ ਗੁਰਮੰਤਰ ਦਾ ਜਾਪ ਕਰਾਂਗੇ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕੱਲ 12 ਤਾਰੀਖ ਹੈ। ਪ੍ਰਭਾਤ ਫੇਰੀ ਸਵੇਰੇ 4:30 ਵਜੇ ਇੱਥੋਂ ਚੱਲ ਕੇ ਗੁਰਦੁਆਰਾ ਸੁਨਾਰ ਢੋਲੀ ਪਹੁੰਚੇਗੀ। ਦਰਸ਼ਨ ਕਰਕੇ ਫਿਰ ਤਖਤ ਸਾਹਿਬ ਵਾਪਸ ਆਏਗੀ। ਨਾਲੇ ਕੱਲ ਨੂੰ ਸ਼ਸਤਰਾਂ ਦੇ ਦਰਸ਼ਨ ਤੋਂ ਬਾਅਦ ਤਖਤ ਸਾਹਿਬ ਜੀ ਦੇ ਇਸ਼ਨਾਨ ਹੋਵਣਗੇ। ਜਿਹੜੇ ਸੱਜਣ ਇਸ਼ਨਾਨ ਸੇਵਾ ਵਿੱਚ ਆ ਕੇ ਹਿੱਸਾ ਪ੍ਰਾਪਤ ਕਰਨਾ ਚਾਹਣ, ਉਹ ਜ਼ਰੂਰ ਮਹਾਰਾਜ ਜੀ ਦੇ ਤਖਤਾਂ ਦੇ ਇਸ਼ਨਾਨ ਵਿੱਚ ਆਪਣਾ ਆਪਣਾ ਹਿੱਸਾ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੀ ਦਾਤ ਝੋਲੀ 'ਚ ਪਾਉਣ। ਪੂਰੇ ਉਤਸ਼ਾਹ ਨਾਲ, ਪ੍ਰੇਮ ਨਾਲ ਮਹਾਰਾਜ ਜੀ ਦੇ ਉਸ ਦੀ 7ਵੀਂ ਦਿਹਾੜੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ, ਸ਼ੌਕ ਨਾਲ, ਚਾਅ ਨਾਲ, ਉਤਸ਼ਾਹ ਨਾਲ ਪਹੁੰਚ ਕੇ ਮਨਾਓ ਤੇ ਮਹਾਰਾਜ ਦੀਆਂ ਖੁਸ਼ੀਆਂ ਆਪਣੀ ਝੋਲੀ 'ਚ ਪਵਾਓ। ਆਓ ਸਾਰੇ ਮਹਾਮੰਤਰ ਗੁਰਮੰਤਰ ਨਾਲ ਜੁੜੀਏ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਕੇ ਚਰਨ ਕਮਲਾਂ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ। ਆਪ ਨੇ ਅਨੁਗ੍ਰਹਿਤ ਕਰਦਿਆਂ ਆਪਣੇ ਘਰ ਦੀਆਂ ਹਾਜ਼ਰੀਆਂ ਬਖਸ਼ੀਆਂ ਹਨ। ਕੋਟਾਨ ਕੋਟ ਸ਼ੁਕਰਾਨਾ। ਜੋ ਜੀ ਆਪ ਜੀ ਕੇ ਘਰ ਆਵੇ ਸੋ ਰਾਜੀ ਜਾਵੇ, ਸੁਖ ਹੋਵੇ, ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ